ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਧੀਆਂ ਨੂੰ ਜਿਹੜਾ ਹੈ ਪੁੱਤਰਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ, ਪਰ ਅੱਜ ਅਸੀਂ ਇਹੋ ਜਿਹੀ ਧੀ ਨੂੰ ਮਿਲਾਉਣ ਜਾ ਰਹੇ ਹਾਂ ਜਿਹੜੀ ਕਿ ਸਰਵਨ ਪੁੱਤ ਬਣ ਕੇ ਆਪਣੇ ਬਾਪ ਦਾ ਸਹਾਰਾ ਬਣੀ ਹੋਈ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਫਸਲਾਂ ਸੰਭਾਲਦੀ ਹੈ, ਪੈਲੀ ਦੇ ਵਿੱਚ ਜਾਂਦੀ ਹੈ, ਫਸਲਾਂ ਸੰਭਾਲਦੀ ਹੈ, ਟਰੈਕਟਰ ਆਪ ਚਲਾਉਂਦੀ ਹੈ। ਲਵਪ੍ਰੀਤ ਜੀ, ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਾਂ, ਕਿੰਨਾ ਪੜ੍ਹੇ ਹੋ ਤੁਸੀਂ? ਮੈਂ BA ਤੱਕ ਪੜ੍ਹੀ ਹਾਂ ਜੀ। ਇਹ ਅਸੀਂ ਦੇਖ ਰਹੇ ਹਾਂ ਤੁਸੀਂ ਫਸਲਾਂ ਆਪ ਸੰਭਾਲ ਰਹੇ ਹੋ, ਟਰੈਕਟਰ ਆਪ ਚਲਾਉਂਦੇ ਹੋ, ਕਿਵੇਂ ਜਹਨ ਦੇ ਵਿੱਚ ਹੈ, ਕੀ ਵਜ੍ਹਾ ਹੈ? ਤੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਿਹੜੇ ਬੇਟੇ ਆ ਉਹੀ ਫਸਲਾਂ ਦਾ ਕੰਮ ਕੀਤਾ ਜਾਂਦਾ ਵਾ, ਖੇਤਾਂ ਦਾ ਕੰਮ ਜਿਹੜਾ ਵਾ ਉਹ ਬੇਟਿਆਂ ਵੱਲੋਂ ਕੀਤਾ ਜਾਂਦਾ। ਇਸ ਕਰਕੇ ਮੈਂ ਇਹ ਚੀਜ਼ ਮੇਰੇ ਜ਼ਿਹਨ ਦੇ ਵਿੱਚ ਆਈ ਕਿ ਇੱਕ ਬੇਟੀ ਕਿਉਂ ਨਹੀਂ ਖੇਤਾਂ ਦਾ ਕੰਮ ਕਰਕੇ ਆਪਣੇ ਬਾਪ ਦਾ ਜਿਹੜਾ ਹੱਥ ਵਟਾ ਸਕਦੀ। ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਧੀਆਂ ਜਿਹੜੀਆਂ ਨੇ ਚੁੱਲ੍ਹੇ ਤਾਈਂ ਸੀਮਿਤ ਰਹਿੰਦੀਆਂ ਨੇ, ਰੋਟੀ ਲਾ ਲਈ, ਉਸ ਤੋਂ ਬਾਅਦ ਪਰਿਵਾਰ ਦੇ ਜਿਹੜੇ ਹੋਰ ਸੰਭਾਲ ਵਾਲੇ ਕੰਮ ਹੁੰਦੇ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਤੇ ਤੁਹਾਡਾ ਦਿਨਚਰਿਆ ਕਿਵੇਂ ਸ਼ੁਰੂ ਹੁੰਦਾ? ਦੇਖੋ ਜੀ, ਮੈਂ ਕਰੀਬ ਸਵੇਰੇ 5 ਵਜੇ ਦੇ ਕਰੀਬ ਉੱਠ ਜਾਂਦੀ ਹਾਂ ਅਤੇ ਉਸ ਤੋਂ ਬਾਅਦ ਜਿਹੜਾ ਵਾ ਸਭ ਤੋਂ ਪਹਿਲਾਂ ਮੈਂ ਪਸ਼ੂਆਂ ਦਾ ਕੰਮ ਕਰਦੀ ਹਾਂ। ਪਸ਼ੂਆਂ ਦੀ ਚਵਾਈ ਕਰਨੀ, ਪੱਠੇ ਵਗੈਰਾ ਪਾਉਣੇ ਉਹਨਾਂ ਨੂੰ, ਇਹ ਕੰਮ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਜਿਹੜਾ ਉਹ ਦੁੱਧ ਆ ਉਹ ਡੇਅਰੀ ਤੱਕ ਪਹੁੰਚਾਇਆ ਜਾਂਦਾ ਵਾ। ਇਸ ਕਰਕੇ ਉਸ ਤੋਂ ਬਾਅਦ ਫਸਲ ਦੇ ਕੰਮ ਕੀਤੇ ਜਾਂਦੇ ਆ ਅਤੇ ਇਹ ਜਿਹੜਾ ਮੇਰਾ ਮਤਲਬ ਜ਼ਿੰਦਗੀ ਦਾ ਇੱਕ ਰੂਟੀਨ ਬਣ ਗਿਆ। ਉਸੇ ਤਰ੍ਹਾਂ ਮੈਂ ਦਿਨੇ ਉੱਠ ਕੇ ਆਪਣਾ ਜਿਹੜਾ ਉਸੇ ਰੂਟੀਨ ਦੇ ਨਾਲ ਕੰਮ ਕਰ ਲੈਂਦੀ ਹਾਂ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਜਿੱਥੇ ਤਾਰੀਫਾਂ ਹੁੰਦੀਆਂ ਨੇ ਉੱਥੇ ਬਹੁਤ ਸਾਰੇ ਤਾਨੇ ਮੇਨੇ ਵੀ ਮਾਰਦੇ ਹੋਣਗੇ ਰਿਸ਼ਤੇਦਾਰ ਭੈਣ ਭਰਾ ਵੀ ਕਿ ਧੀ ਨੂੰ ਜਿਹੜੇ ਫਸਲਾਂ ਵਾਲੇ ਸਾਈਡ 'ਤੇ ਤੋਰਤਾ, ਅੱਜ ਮੰਡੀ ਜਾਂਦੇ ਹੋ, ਕਿਸ ਨਜ਼ਰਾਂ ਨਾਲ ਦੇਖਦੇ ਨੇ ਉੱਥੇ ਜਦੋਂ ਤੁਸੀਂ ਜਾਂਦੇ ਹੋ? ਕੁਛ ਲੋਕ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਉਹ ਚੀਜ਼ ਨੂੰ ਕਹਿੰਦੇ ਆ ਕਿ ਆਪਣੀ ਇੱਕ ਆਮ ਬੋਲੀ ਆ ਕਿ ਇਹਨਾਂ ਨੇ ਧੀ ਨੂੰ ਖੁੱਲ੍ਹ ਦੇ ਦਿੱਤੀ ਹੋਈ ਆ, ਕਿ ਇਹ ਘਰ ਤੋਂ ਬਾਹਰ ਨਿਕਲ ਚੁੱਕੀ ਆ, ਇਹਨੇ ਵਿਗੜ ਜਾਣਾ। ਇਹੋ ਜਿਹੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ। ਪਰ ਉੱਥੇ ਇੱਕ ਦੂਜਾ ਪਹਿਲੂ ਇਹ ਵੀ ਹੁੰਦਾ ਵਾ ਕਿ ਜਦੋਂ ਮੈਂ ਮੰਡੀ ਦੇ ਵਿੱਚ ਜਾਂਦੀ ਆ, ਉੱਥੋਂ ਦੇ ਜਿਹੜੇ ਲੋਕ ਆ ਉਹ ਵੇਖ ਕੇ ਖੁਸ਼ ਹੁੰਦੇ ਆ ਕਿ ਇੱਕ ਜਿਹੜੀ ਧੀ ਆ ਉਹ ਮੰਡੀ ਦੇ ਵਿੱਚ ਫਸਲ ਲੈ ਕੇ ਆਈ ਆ, ਅਤੇ ਉਹ ਜਿੰਨਾ ਵੀ ਹੋ ਸਕਦਾ ਵਾ ਮੈਨੂੰ ਜਿਹੜਾ ਵਾ ਉਹ ਆਪਣਾ ਪ੍ਰੇਰਿਤ ਕਰਦੇ ਆ। ਮੇਰੇ ਨਾਲ ਜੇ ਕੋਈ ਹੈਲਪ ਕਰਨ ਵਾਲਾ ਕੰਮ ਹੁੰਦਾ ਤਾਂ ਉਹ ਹੈਲਪ ਵੀ ਕਰਵਾ ਦਿੰਦੇ ਨੇ। ਤੁਹਾਡੀ ਧੀ ਨੇ ਤੁਹਾਡਾ ਨਾਮ ਰੋਸ਼ਨ ਕੀਤਾ, ਅੱਜ ਮੋਢੇ ਨਾਲ ਮੋਢਾ ਲਾ ਕੇ ਤੁਹਾਡਾ ਸਹਾਰਾ ਬਣੀ ਹੋਈ ਹੈ। ਵੇਖੋ ਜੀ, ਮਾਣ ਤੇ ਮਹਿਸੂਸ ਹੋਣਾ ਹੀ ਆ ਵੀ ਜਿਹਨੂੰ ਇੱਕ ਸਮਾਜ ਸਮਝਦਾ ਹੋਵੇ ਵੀ ਇਹ ਸਾਡਾ ਬੋਝ ਆ ਤੇ ਸਾਡਾ ਉਹ ਸਹਾਰਾ ਬਣੇ ਹੋਣ ਤੇ ਫਿਰ ਮਾਣ ਹੀ ਮਹਿਸੂਸ ਹੋਊ ਨਾ ਸਾਨੂੰ। ਸਾਡੀਆਂ ਧੀਆਂ ਜਾਂ ਭੈਣਾਂ ਜਿਹੜੀਆਂ ਨੇ ਜ਼ਿਆਦਾਤਰ ਕੋਈ ਛੋਟਾ ਜਿਹਾ ਜਾਨਵਰ ਵੀ ਦੇਖ ਲੈਂਦੇ ਤੇ ਡਰ ਜਾਂਦੀਆਂ ਨੇ, ਤਾਂ ਤੁਸੀਂ ਜਦੋਂ ਫਸਲਾਂ ਵਿੱਚ ਜਾਂਦੇ ਹੋ ਸੱਪ ਦਾ ਸਾਹਮਣਾ ਵੀ ਹੁੰਦਾ ਹੋਏਗਾ, ਨੇਵਲੇ ਦਾ ਸਾਹਮਣਾ ਵੀ ਹੁੰਦਾ ਹੈ? ਸ਼ੁਰੂ ਸ਼ੁਰੂ 'ਚ ਡਰ ਆਉਂਦਾ, ਬਾਅਦ ਵਿੱਚ ਜਿਹੜੀ ਆ ਉਹ ਆਦਤ ਬਣ ਜਾਂਦੀ ਆ। ਇਸ ਕਰਕੇ ਉਹ ਜੇ ਆਪਾਂ ਉਸ ਚੀਜ਼ ਨੂੰ ਇਗਨੋਰ ਕਰਕੇ ਜਿਹੜਾ ਉਹ ਅੱਗੇ ਵੱਧ ਜਾਈਦਾ ਆ। ਜਿਹੜੇ ਤੁਹਾਡੇ ਨਾਲ ਪੜ੍ਹਾਈ ਦੇ ਵਿੱਚ ਸੀ, ਸਹੇਲੀਆਂ ਸੀ ਤੁਹਾਡੀਆਂ, ਕੀ ਸੋਚਦੀਆਂ ਅੱਜ ਜਦੋਂ ਲਵਪ੍ਰੀਤ ਨੂੰ ਦੇਖਦੀਆਂ ਨੇ ਕਿ ਫਸਲਾਂ ਸੰਭਾਲਦੀ ਹੈ, ਟਰੈਕਟਰ ਆਪ ਚਲਾਉਂਦੀ ਹੈ, ਤਾਂ ਉਹਨਾਂ ਦੇ ਕੀ ਵਿਚਾਰ ਨੇ? ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੀਆਂ, ਸਗੋਂ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਚੀਜ਼ ਹੁੰਦੀ ਆ ਕਿ ਹਾਂ ਅਸੀਂ ਵੀ ਇਹਦੇ ਵਾਂਗ ਬਣੀਏ। ਤੁਸੀਂ ਜੁੜੇ ਹੋ ਨੇਸ਼ਨ ਪੋਸਟ ਨਾਲ। ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ। ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਧੀਆਂ ਨੂੰ ਜਿਹੜਾ ਹੈ ਪੁੱਤਰਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ, ਪਰ ਅੱਜ ਅਸੀਂ ਇਹੋ ਜਿਹੀ ਧੀ ਨੂੰ ਮਿਲਾਉਣ ਜਾ ਰਹੇ ਹਾਂ ਜਿਹੜੀ ਕਿ ਸਰਵਨ ਪੁੱਤ ਬਣ ਕੇ ਆਪਣੇ ਬਾਪ ਦਾ ਸਹਾਰਾ ਬਣੀ ਹੋਈ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਫਸਲਾਂ ਸੰਭਾਲਦੀ ਹੈ, ਪੈਲੀ ਦੇ ਵਿੱਚ ਜਾਂਦੀ ਹੈ, ਫਸਲਾਂ ਸੰਭਾਲਦੀ ਹੈ, ਟਰੈਕਟਰ ਆਪ ਚਲਾਉਂਦੀ ਹੈ ਅਤੇ ਜਿਹੜਾ ਹੈ ਮਿਹਨਤ ਨੂੰ ਤਰਜੀਹ ਦਿੰਦਿਆਂ ਹੋਇਆਂ ਆਪਣੇ ਬਾਪ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਜਿਹੜਾ ਹੈ ਮਿਹਨਤ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋ ਉਸ ਧੀ ਨਾਲ ਮਿਲਾਵਾਂਗੇ। ਲਵਪ੍ਰੀਤ ਨਾਮ ਹੈ ਇਸਦਾ। ਪੜ੍ਹਾਈ ਦੇ ਵਿੱਚ ਵੀ ਜਾਣੀਆਂ ਚਾਹੀਏ ਅਤੇ ਪੜ੍ਹ ਲਿਖ ਕੇ ਵੀ ਜਿਹੜਾ ਅੱਜ ਮਿਹਨਤ ਨੂੰ ਤਰਜੀਹ ਦੇ ਰਹੀ ਹੈ ਅਤੇ ਫਸਲਾਂ ਜਿਹੜੀ ਹੈ ਸੰਭਾਲਦੀ ਹੋਈ ਆਪਣੇ ਬਾਪ ਦੇ ਨਾਲ ਨਜ਼ਰ ਆਉਂਦੀ ਹੈ। ਸੋ ਗੱਲਬਾਤ ਵੀ ਕਰਾਂਗੇ। ਸਾਨੂੰ ਮਾਣ ਵੀ ਹੋਣਾ ਚਾਹੀਦਾ ਇਹੋ ਜਿਹੀਆਂ ਧੀਆਂ ਦੇ, ਜਿਨ੍ਹਾਂ ਦੀ ਬਦੌਲਤ ਸਾਡੇ ਪੰਜਾਬ ਦਾ ਨਾਮ ਰੋਸ਼ਨ ਹੁੰਦਾ ਹੈ, ਜਿਨ੍ਹਾਂ ਦੀ ਬਦੌਲਤ ਸਾਡੇ ਮਾਂ-ਬਾਪ ਦਾ ਨਾਮ ਰੋਸ਼ਨ ਹੁੰਦਾ ਹੈ। ਧੀਆਂ ਜੰਮਣ ਤੋਂ ਡਰਨਾ ਨਹੀਂ ਚਾਹੀਦਾ, ਕਿਉਂਕਿ ਇਹੋ ਜਿਹੀਆਂ ਧੀਆਂ ਦੀ ਵਜ੍ਹਾ ਨਾਲ ਸਾਡਾ ਸਿਰ ਉੱਚਾ ਵੀ ਹੁੰਦਾ ਹੈ। ਧੀਆਂ ਅੱਜ ਸਰਹੱਦਾਂ 'ਤੇ ਲੜਾਈ ਵੀ ਲੜ ਰਹੀਆਂ ਨੇ। ਬਹੁਤ ਸਾਰੀਆਂ ਧੀਆਂ ਨੇ ਜਿਨ੍ਹਾਂ ਨੇ ਨਾਮ ਰੋਸ਼ਨ ਕੀਤਾ ਹੋਇਆ ਆਪਣੇ ਮਾਂ-ਬਾਪ ਦਾ। ਇਹੋ ਜਿਹੀ ਧੀ ਹੈ ਲਵਪ੍ਰੀਤ, ਜਿਹੜੀ ਕਿ ਆਪਣੇ ਬਾਪ ਦਾ ਸਹਾਰਾ ਬਣੀ ਹੋਈ ਹੈ। ਗੱਲਬਾਤ ਕਰਦੇ ਹਾਂ ਲਵਪ੍ਰੀਤ ਨਾਲ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਸਰ। ਲਵਪ੍ਰੀਤ ਜੀ, ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਾਂ, ਕਿੰਨਾ ਪੜ੍ਹੇ ਹੋ ਤੁਸੀਂ? ਮੈਂ BA ਤੱਕ ਪੜ੍ਹੀ ਹਾਂ ਜੀ। ਹਾਂਜੀ। ਇਹ ਅਸੀਂ ਦੇਖ ਰਹੇ ਹਾਂ ਤੁਸੀਂ ਫਸਲਾਂ ਆਪ ਸੰਭਾਲ ਰਹੇ ਹੋ, ਟਰੈਕਟਰ ਆਪ ਚਲਾਉਂਦੇ ਹੋ, ਕਿਵੇਂ ਜਹਨ ਦੇ ਵਿੱਚ ਹੈ, ਕੀ ਵਜ੍ਹਾ ਹੈ? ਦੇਖੋ ਜੀ, ਪਹਿਲੀ ਵਜ੍ਹਾ ਤਾਂ ਇਹ ਆ ਕਿ ਮੈਂ ਆਪਣੇ ਮਾਂ-ਬਾਪ ਦੀ ਇਕਲੌਤੀ ਧੀ ਆ। ਮੇਰਾ ਕੋਈ ਬ੍ਰਦਰ ਨਹੀਂ ਹੈਗਾ। ਇਸ ਕਰਕੇ ਜਿਹੜਾ ਆ ਮੇਰੇ ਜ਼ਿਹਨ ਦੇ ਵਿੱਚ ਇਹ ਚੀਜ਼ ਆਈ ਕਿ ਜਦੋਂ ਇੱਕ ਬੇਟਾ ਜਿਹੜਾ ਵਾ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਜਿਹੜੇ ਬੇਟੇ ਆ ਉਹੀ ਫਸਲਾਂ ਦਾ ਕੰਮ ਕੀਤਾ ਜਾਂਦਾ ਵਾ, ਖੇਤਾਂ ਦਾ ਕੰਮ ਜਿਹੜਾ ਵਾ ਉਹ ਬੇਟਿਆਂ ਵੱਲੋਂ ਕੀਤਾ ਜਾਂਦਾ। ਇਸ ਕਰਕੇ ਮੈਂ ਇਹ ਚੀਜ਼ ਮੇਰੇ ਜ਼ਿਹਨ ਦੇ ਵਿੱਚ ਆਈ ਕਿ ਇੱਕ ਬੇਟੀ ਕਿਉਂ ਨਹੀਂ ਖੇਤਾਂ ਦਾ ਕੰਮ ਕਰਕੇ ਆਪਣੇ ਬਾਪ ਦਾ ਜਿਹੜਾ ਹੱਥ ਵਟਾ ਸਕਦੀ। ਤੇ ਪੜ੍ਹਾਈ ਬਾਰੇ ਜਾਣਨਾ ਚਾਹੁੰਦਾ, ਕਿੰਨਾ ਪੜ੍ਹ ਲਿਆ ਤੁਸੀਂ?
ਮੈਂ BA ਤੱਕ ਪੜ੍ਹੀ ਹੋਈ ਹਾਂ ਜੀ। ਪੜ੍ਹਾਈ ਤੋਂ ਬਾਅਦ ਜ਼ਿਆਦਾਤਰ ਅਸੀਂ ਸੋਚਦੇ ਹਾਂ ਕਿ ਵੱਡੇ ਅਫਸਰ ਬਣਨਾ ਹੈ, ਕਿਸੇ ਪ੍ਰੋਫੈਸਰ ਬਣਨਾ ਹੈ, ਬਹੁਤ ਸਾਰੇ ਸੁਪਨੇ ਹੁੰਦੇ ਨੇ, ਪਰ ਤੁਸੀਂ ਅੱਜ ਮਿੱਟੀ ਨਾਲ ਮਿੱਟੀ ਹੁੰਦੇ ਹੋਏ ਨਜ਼ਰ ਆ ਰਹੇ ਹੋ, ਕੀ ਸੋਚਦੇ ਹੋ? ਦੇਖੋ ਜੀ, ਪਹਿਲੇ ਨੰਬਰ ਤੇ ਇਹ ਗੱਲ ਹੈ ਕਿ ਸਾਡੀਆਂ ਸਰਕਾਰਾਂ ਇਹੋ ਜਿਹੀਆਂ ਵਾ ਕਿ ਜਿਹੜੀ ਜੌਬ ਤੇ ਜਿਹੜੀ ਅੱਜ ਕੱਲ੍ਹ ਕਿਸੇ ਨੂੰ ਮਿਲ ਹੀ ਨਹੀਂ ਰਹੀ। ਦੂਸਰੇ ਨੰਬਰ ਤੇ ਇਹ ਚੀਜ਼ ਹੈਗੀ ਆ ਕਿ ਜਿਹੜੀ ਕਿਸਾਨੀ ਆ ਉਹ ਇੱਕ ਬਹੁਤ ਵਧੀਆ ਕਿੱਤਾ ਹੈਗਾ ਵਾ। ਇਹ ਜੇ ਆਪਾਂ ਕਿਸਾਨੀ ਨੂੰ ਅੱਗੇ ਵਧਾਇਆ ਜਾਵੇ ਤੇ ਜਿਹੜਾ ਕਿਸਾਨ ਆ ਉਹ ਕਦੀ ਵੀ ਭੁੱਖਾ ਨਹੀਂ ਮਰ ਸਕਦਾ। ਇਸ ਕਰਕੇ ਮੈਂ ਇਹ ਜਿਹੜਾ ਕਿਸਾਨੀ ਨੂੰ ਜਿਹੜਾ ਜ਼ਿਆਦਾ ਤਰਜੀਹ ਦਿੱਤੀ ਤੇ ਜਿਹੜਾ ਖੇਤੀਬਾੜੀ ਦਾ ਕੰਮ ਉਹ ਕਰਨ ਲੱਗੀ। ਟਰੈਕਟਰ ਚਲਾਉਣਾ ਕਿੰਨਾ ਕਿ ਮੁਸੀਬਤਾਂ ਨਾਲ ਭਰਿਆ ਸੀ, ਕਿਉਂਕਿ ਸਾਰੇ ਸਾਧਨ ਚਲਾਉਣੇ ਆਸਾਨ ਹੁੰਦੇ ਨੇ, ਲੇਕਿਨ ਟਰੈਕਟਰ ਚਲਾਉਣਾ ਬਹੁਤ ਟਫ ਮੰਨਿਆ ਜਾਂਦਾ, ਬਹੁਤ ਮੁਸੀਬਤਾਂ ਭਰਿਆ ਮੰਨਿਆ ਜਾਂਦਾ ਜੀ। ਟਰੈਕਟਰ ਚਲਾਉਣ ਲਈ ਬੜਾ ਹੌਸਲਾ ਚਾਹੀਦਾ ਹੈ। ਤਾਂ ਜਦੋਂ ਪਹਿਲੀ ਵਾਰ ਤੁਸੀਂ ਟਰੈਕਟਰ ਤੇ ਬੈਠੇ ਤਾਂ ਕਿਸ ਤਰ੍ਹਾਂ ਦਾ ਰਿਹਾ, ਉਹ ਮੂਵਮੈਂਟ ਕਿਸ ਤਰ੍ਹਾਂ ਦੀ ਸੀ? ਦੇਖੋ ਜੀ, ਮੇਰੇ ਸ਼ੌਂਕ ਬਚਪਨ ਤੋਂ ਹੀ ਜਿਹੜੇ ਆ ਕੁਛ ਇੱਦਾਂ ਦੇ ਸੀ। ਮੈਂ 10 ਸਾਲ ਦੀ ਸੀ ਕਰੀਬ ਜਦੋਂ ਮੈਂ ਬਾਈਕ ਚਲਾਉਣਾ ਸਿੱਖ ਗਈ। ਉਸ ਤੋਂ ਬਾਅਦ ਮੈਂ ਜਿਹੜਾ ਵਾ ਗੱਡੀ ਚਲਾਉਣਾ ਸਿੱਖ ਗਈ। ਇਸ ਕਰਕੇ ਜਿਹੜਾ ਮੈਨੂੰ ਟਰੈਕਟਰ ਚਲਾਉਣ ਦੇ ਵਿੱਚ ਕੁਛ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਬਾਕੀ ਇਹ ਸੀ ਜੀ ਕਿ ਮੇਰੇ ਫਾਦਰ ਸਾਹਿਬ ਦਾ ਪੂਰਾ ਸੰਯੋਗ ਸੀ। ਉਹ ਮੈਨੂੰ ਨਾਲ ਬੈਠ ਕੇ ਜਿਹੜਾ ਵਾ ਜਿਸ ਚੀਜ਼ ਦਾ ਮੈਨੂੰ ਨਹੀਂ ਸੀ ਪਤਾ ਲੱਗਦਾ ਉਹ ਦੱਸ ਦਿੰਦੇ ਸੀ। ਲਵਪ੍ਰੀਤ ਜੀ, ਦਿਨਚਾਰਿਆ ਕਿਵੇਂ ਸ਼ੁਰੂ ਹੁੰਦਾ ਹੈ? ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ? ਫਸਲਾਂ ਸੰਭਾਲੀਆਂ ਹੁੰਦੀਆਂ ਨੇ, ਔਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਧੀਆਂ ਜਿਹੜੀਆਂ ਨੇ ਚੁੱਲ੍ਹੇ ਤਾਈਂ ਸੀਮਿਤ ਰਹਿੰਦੀਆਂ ਨੇ, ਰੋਟੀ ਲਾ ਲਈ, ਉਸ ਤੋਂ ਬਾਅਦ ਪਰਿਵਾਰ ਦੇ ਜਿਹੜੇ ਹੋਰ ਸੰਭਾਲ ਵਾਲੇ ਕੰਮ ਹੁੰਦੇ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਤੇ ਤੁਹਾਡਾ ਦਿਨਚਾਰਿਆ ਕਿਵੇਂ ਸ਼ੁਰੂ ਹੁੰਦਾ ਹੈ? ਦੇਖੋ ਜੀ, ਮੈਂ ਕਰੀਬ ਸਵੇਰੇ 5 ਵਜੇ ਦੇ ਕਰੀਬ ਉੱਠ ਜਾਂਦੀ ਹਾਂ ਅਤੇ ਉਸ ਤੋਂ ਬਾਅਦ ਜਿਹੜਾ ਵਾ ਸਭ ਤੋਂ ਪਹਿਲਾਂ ਮੈਂ ਪਸ਼ੂਆਂ ਦਾ ਕੰਮ ਕਰਦੀ ਹਾਂ। ਪਸ਼ੂਆਂ ਦੀ ਚਵਾਈ ਕਰਨੀ, ਪੱਠੇ ਵਗੈਰਾ ਪਾਉਣੇ ਉਹਨਾਂ ਨੂੰ, ਇਹ ਕੰਮ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਜਿਹੜਾ ਉਹ ਦੁੱਧ ਆ ਉਹ ਡੇਅਰੀ ਤੱਕ ਪਹੁੰਚਾਇਆ ਜਾਂਦਾ ਵਾ। ਇਸ ਕਰਕੇ ਉਸ ਤੋਂ ਬਾਅਦ ਫਸਲ ਦੇ ਕੰਮ ਕੀਤੇ ਜਾਂਦੇ ਆ ਅਤੇ ਇਹ ਜਿਹੜਾ ਮੇਰਾ ਮਤਲਬ ਜ਼ਿੰਦਗੀ ਦਾ ਇੱਕ ਰੂਟੀਨ ਬਣ ਗਿਆ। ਉਸੇ ਤਰ੍ਹਾਂ ਮੈਂ ਦਿਨੇ ਉੱਠ ਕੇ ਆਪਣਾ ਜਿਹੜਾ ਉਸੇ ਰੂਟੀਨ ਦੇ ਨਾਲ ਕੰਮ ਕਰ ਲੈਂਦੀ ਹਾਂ। ਸਾਨੂੰ ਇਹ ਵੀ ਪਤਾ ਚੱਲਿਆ ਕਿ ਜਦੋਂ ਫਸਲਾਂ ਦੀ ਵਢਾਈ ਚਟਾਈ ਹੋ ਜਾਂਦੀ ਹੈ, ਉਸ ਨੂੰ ਲੈ ਕੇ ਮੰਡੀ ਵੀ ਜਾਂਦੇ ਹੋ ਤੁਸੀਂ, ਤਾਂ ਹਰ ਪਹਿਲੂ ਦੇ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ। ਜਿੱਥੇ ਤਾਰੀਫਾਂ ਹੁੰਦੀਆਂ ਨੇ ਉੱਥੇ ਬਹੁਤ ਸਾਰੇ ਤਾਨੇ ਮਿਹਣੇ ਵੀ ਮਾਰਦੇ ਹੋਣਗੇ ਰਿਸ਼ਤੇਦਾਰ ਭੈਣ ਭਰਾ ਵੀ, ਕਿ ਧੀ ਨੂੰ ਜਿਹੜੇ ਫਸਲਾਂ ਵਾਲੇ ਸਾਈਡ 'ਤੇ ਤੋਰਤਾ, ਅੱਜ ਮੰਡੀ ਜਾਂਦੇ ਹੋ, ਕਿਸ ਨਜ਼ਰਾਂ ਨਾਲ ਦੇਖਦੇ ਨੇ ਉੱਥੇ ਜਦੋਂ ਤੁਸੀਂ ਜਾਂਦੇ ਹੋ? ਦੇਖੋ ਜੀ, ਪਹਿਲੇ ਨੰਬਰ 'ਤੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈਗੀ ਹੈ ਕਿ ਕੁਛ ਲੋਕ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਉਹ ਚੀਜ਼ ਨੂੰ ਕਹਿੰਦੇ ਆ ਕਿ ਆਪਣੀ ਇੱਕ ਆਮ ਬੋਲੀ ਆ ਕਿ ਇਹਨਾਂ ਨੇ ਧੀ ਨੂੰ ਖੁੱਲ੍ਹ ਦੇ ਦਿੱਤੀ ਹੋਈ ਆ, ਕਿ ਇਹ ਘਰ ਤੋਂ ਬਾਹਰ ਨਿਕਲ ਚੁੱਕੀ ਆ, ਇਹਨੇ ਵਿਗੜ ਜਾਣਾ। ਇਹੋ ਜਿਹੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ। ਪਰ ਉੱਥੇ ਇੱਕ ਦੂਜਾ ਪਹਿਲੂ ਇਹ ਵੀ ਹੁੰਦਾ ਵਾ ਕਿ ਜਦੋਂ ਮੈਂ ਮੰਡੀ ਦੇ ਵਿੱਚ ਜਾਂਦੀ ਹਾਂ, ਉੱਥੋਂ ਦੇ ਜਿਹੜੇ ਲੋਕ ਆ ਉਹ ਵੇਖ ਕੇ ਖੁਸ਼ ਹੁੰਦੇ ਆ ਕਿ ਇੱਕ ਜਿਹੜੀ ਧੀ ਆ ਉਹ ਮੰਡੀ ਦੇ ਵਿੱਚ ਫਸਲ ਲੈ ਕੇ ਆਈ ਆ, ਅਤੇ ਉਹ ਜਿੰਨਾ ਵੀ ਹੋ ਸਕਦਾ ਵਾ ਮੈਨੂੰ ਜਿਹੜਾ ਵਾ ਉਹ ਆਪਣਾ ਪ੍ਰੇਰਿਤ ਕਰਦੇ ਆ। ਮੇਰੇ ਨਾਲ ਜੇ ਕੋਈ ਹੈਲਪ ਕਰਨ ਵਾਲਾ ਕੰਮ ਹੁੰਦਾ ਤੇ ਉਹ ਹੈਲਪ ਵੀ ਕਰਵਾ ਦਿੰਦੇ ਮੇਰੀ। ਇਹ ਜਦੋਂ ਅਸੀਂ ਫਸਲਾਂ ਦੇ ਵਿੱਚ ਜਾਂਦੇ ਹਾਂ, ਦਿਨੇ ਵੀ ਜਾਣਾ ਪੈਂਦਾ, ਰਾਤ ਨੂੰ ਪਾਣੀ ਲਾਉਣ ਵੀ ਜਾਣਾ ਪੈਂਦਾ ਕਿਸੇ ਵੇਲੇ, ਤਾਂ ਬਹੁਤ ਸਾਰੇ ਜਾਨਵਰ ਜਿਹੜੇ ਨੇ ਪੈਲੀਆਂ ਦੇ ਵਿੱਚ ਆਮ ਨਜ਼ਰ ਆ ਜਾਂਦੇ ਨੇ। ਜ਼ਿਆਦਾ ਉਦਾਹਰਨ ਦੇਈਏ ਤਾਂ ਸੱਪ ਜਿਹੜੇ ਨੇ ਜਾਂ ਨੇਵਲੇ ਨੇ, ਉਹ ਪੈਲੀਆਂ ਦੇ ਵਿੱਚ ਜ਼ਰੂਰ ਨਜ਼ਰ ਆਉਂਦੇ ਨੇ। ਤਾਂ ਸੱਪ ਦੀ ਸਿਰੀ ਦੇ ਮਿੱਧ 'ਚ ਜਿਹੜੀ ਆ ਫਸਲਾਂ ਤਿਆਰ ਹੁੰਦੀਆਂ ਨੇ, ਤਾਂ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ? ਕਿਉਂਕਿ ਸਾਡੀਆਂ ਧੀਆਂ ਜਾਂ ਭੈਣਾਂ ਜਿਹੜੀਆਂ ਨੇ ਜ਼ਿਆਦਾਤਰ ਛੋਟਾ ਜਿਹਾ ਜਾਨਵਰ ਵੀ ਦੇਖ ਲੈਂਦੇ ਤੇ ਡਰ ਜਾਂਦੀਆਂ ਨੇ। ਤਾਂ ਤੁਸੀਂ ਜਦੋਂ ਫਸਲਾਂ ਦੇ ਵਿੱਚ ਜਾਂਦੇ ਹੋ, ਸੱਪ ਦਾ ਸਾਹਮਣਾ ਵੀ ਹੁੰਦਾ ਹੋਏਗਾ, ਨੇਵਲੇ ਦਾ ਸਾਹਮਣਾ ਵੀ ਹੁੰਦਾ ਹੈ? ਹਾਂਜੀ ਬਿਲਕੁਲ ਜੀ, ਉਹ ਤਾਂ ਹੁੰਦਾ ਉਹ ਤਾਂ ਇੱਕ ਜਿਹੜਾ ਵਾ ਸ਼ੁਰੂ ਤੋਂ ਗੱਲ ਤੁਰੀ ਆ ਰਹੀ ਹੈ ਕਿ ਜਿਹੜੇ ਸੱਪ ਨੇਵਲੇ ਆ ਉਹ ਜ਼ਿਆਦਾਤਰ ਜਿਹੜਾ ਵਾ ਪੈਲੀਆਂ ਦੇ ਵਿੱਚ ਜਿਹੜਾ ਹੁੰਦੇ ਆ। ਬਾਕੀ ਇਸ ਚੀਜ਼ ਤੋਂ ਜਿਹੜਾ ਵਾ ਚਲੋ ਉਹ ਸੱਪ ਨੂੰ ਵੇਖ ਕੇ ਤੇ ਵੇਖੋ ਹੁਣ ਜਿਹੜਾ ਮੁੰਡੇ ਆ ਉਹ ਵੀ ਡਰ ਜਾਂਦੇ ਆ, ਅਤੇ ਇਸ ਕਰਕੇ ਉਹ ਚੀਜ਼ ਦੀ ਇੱਕ ਆਦਤ ਬਣ ਜਾਂਦੀ ਆ। ਸ਼ੁਰੂ 'ਚ ਡਰ ਆਉਂਦਾ, ਬਾਅਦ ਵਿੱਚ ਜਿਹੜੀ ਆ ਉਹ ਆਦਤ ਬਣ ਜਾਂਦੀ ਆ। ਇਸ ਕਰਕੇ ਉਹ ਜੇ ਆਪਾਂ ਉਸ ਚੀਜ਼ ਨੂੰ ਇਗਨੋਰ ਕਰਕੇ ਜਿਹੜਾ ਉਹ ਅੱਗੇ ਵੱਧ ਜਾਈਦਾ ਆ। ਤੇ ਜਿਹੜੇ ਤੁਹਾਡੇ ਨਾਲ ਪੜ੍ਹਾਈ ਦੇ ਵਿੱਚ ਸੀ, ਸਹੇਲੀਆਂ ਸੀ ਤੁਹਾਡੀਆਂ, ਕੀ ਸੋਚਦੀਆਂ ਅੱਜ ਜਦੋਂ ਲਵਪ੍ਰੀਤ ਨੂੰ ਦੇਖਦੀਆਂ ਨੇ ਕਿ ਫਸਲਾਂ ਸੰਭਾਲਦੀ ਹੈ, ਟਰੈਕਟਰ ਆਪ ਚਲਾਉਂਦੀ ਹੈ, ਤਾਂ ਉਹਨਾਂ ਦੇ ਕੀ ਵਿਚਾਰ ਨੇ ਤੁਹਾਡੇ? ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੀਆਂ। ਸਗੋਂ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਚੀਜ਼ ਹੁੰਦੀ ਆ ਕਿ ਹਾਂ ਅਸੀਂ ਵੀ ਇਹਦੇ ਵਾਂਗ ਬਣੀਏ, ਅਸੀਂ ਵੀ ਇਹਦੇ ਵਾਂਗ ਕੰਮ ਕਰੀਏ। ਇਸ ਕਰਕੇ ਜਿਹੜਾ ਵਾ ਉਹ ਮੈਨੂੰ ਫੋਨ ਕਰ, ਜਦੋਂ ਹੁਣ ਜਿਵੇਂ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਜੇ, ਜਦੋਂ ਦੇਖਦੀਆਂ ਤਾਂ ਉਹ ਬਹੁਤ ਖੁਸ਼ ਹੁੰਦੀਆਂ ਅਤੇ ਮੈਨੂੰ ਫੋਨ ਕਰਕੇ ਸਗੋਂ ਮੈਨੂੰ ਹੋਰ ਜਿਹੜਾ ਵਾ ਉਹ ਐਪਰੀਸ਼ੀਏਟ ਕਰਦੀਆਂ ਕਿ ਹਾਂ ਤੂੰ ਬਹੁਤ ਵਧੀਆ ਕਰ ਰਹੀ ਹੈ। ਤੇ ਲਵਪ੍ਰੀਤ ਜੀ, ਸੁਪਨਾ ਕੀ ਸੀ? ਸ਼ੁਰੂ ਤੋਂ ਹੀ ਸੁਪਨਾ ਇਸੇ ਧਿਆਨ ਤੁਹਾਡਾ ਇਸ ਚੀਜ਼ ਵੱਲ ਸੀ, ਖੇਤੀਬਾੜੀ ਵੱਲ, ਜਾਂ ਕੁਝ ਸੁਪਨੇ ਹੋਰ ਸਜਾਏ ਸੀ ਜਿਹੜੇ ਪੂਰੇ ਨਹੀਂ ਹੋ ਪਾਏ? ਨਹੀਂ ਜੀ, ਮੇਰਾ ਸ਼ੁਰੂ ਤੋਂ ਹੀ ਇਹ ਸੁਪਨਾ ਹੈਗਾ ਸੀ ਕਿ ਮੈਂ ਇੱਕ ਜਿਹੜਾ ਵਾ ਖੇਤੀਬਾੜੀ ਦਾ ਕੰਮ ਕਰਨਾ ਵਾ ਅਤੇ ਇੱਕ ਦੁਨੀਆ ਦੀ ਜਿਹੜੀ ਸੋਚ ਆ ਉਹਨੂੰ ਬਦਲਣਾ ਹੈਗਾ ਵਾ। ਇਸ ਕਰਕੇ ਜਿਹੜਾ ਵਾ ਮੈਂ ਸ਼ੁਰੂ ਤੋਂ ਹੀ ਇਹ ਖੇਤੀਬਾੜੀ ਦੇ ਕੰਮਾਂ ਵੱਲ ਜਿਹੜਾ ਜ਼ਿਆਦਾ ਧਿਆਨ ਦਿੱਤਾ।
ਜਿਵੇਂ ਕਿ ਸਾਡੇ ਸਮਾਜ ਦੇ ਵਿੱਚ ਆਮ ਹੀ ਧਾਰਨਾ ਹੈ ਕਿ ਧੀਆਂ ਜੰਮਣ ਤੋਂ ਵੀ ਅਸੀਂ ਡਰਦੇ ਹਾਂ, ਧੀਆਂ ਨੂੰ ਬੋਝ ਸਮਝਿਆ ਜਾਂਦਾ ਹੈ। ਕੀ ਅਪੀਲ ਜਾਂ ਕੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ ਜਿਹੜੇ ਧੀਆਂ ਨੂੰ ਬੋਝ ਸਮਝਦੇ ਨੇ? ਮੈਂ ਵੀ ਇੱਥੇ ਦੱਸਣਾ ਚਾਹੁੰਦਾ ਕਿ ਧੀਆਂ ਜ਼ਿਆਦਾਤਰ ਬੋਝ ਨਹੀਂ ਹੁੰਦੀਆਂ। ਧੀਆਂ ਜਿਹੜੀਆਂ ਨੇ ਲਵਪ੍ਰੀਤ ਜਿਹੀਆਂ ਬਹੁਤ ਸਾਰੀਆਂ ਧੀਆਂ ਨੇ ਜਿਨ੍ਹਾਂ ਨੇ ਆਪਣੇ ਮਾਂ-ਬਾਪ ਦਾ, ਆਪਣੇ ਪੰਜਾਬ ਦਾ, ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਤੇ ਸਾਨੂੰ ਮਾਣ ਵੀ ਹੋਣਾ ਚਾਹੀਦਾ ਇਹੋ ਜਿਹੀਆਂ ਧੀਆਂ ਦੇ ਜਿਨ੍ਹਾਂ ਦੀ ਵਜ੍ਹਾ ਨਾਲ ਸਾਡਾ ਸਿਰ ਉੱਚਾ ਹੁੰਦਾ ਹੈ। ਸੋ ਲਵਪ੍ਰੀਤ ਜੀ ਚੀਜ਼ ਉਹਨਾਂ ਨੂੰ ਜਵਾਬ ਕੀ ਦੇਣਾ ਚਾਹੁੰਦੇ ਹੋ ਜਿਹੜੀ ਧੀਆਂ ਜੰਮਣ ਤੋਂ ਜਾਂ ਜਿਹੜੀ ਧੀਆਂ ਨੂੰ ਬੋਝ ਸਮਝਦੇ ਨੇ? ਦੇਖੋ ਜੀ, ਜਿਹੜੀਆਂ ਧੀਆਂ ਵਾ ਉਹ ਕਿਤੇ ਵੀ ਬੋਝ ਨਹੀਂ ਹੈਗੀਆਂ, ਕਿਉਂਕਿ ਜੇ ਪਰ ਧੀਆਂ ਨੂੰ ਮੌਕਾ ਦਿੱਤਾ ਜਾਵੇ ਤਾਂ ਮੈਂ ਇਸ ਚੀਜ਼ ਨੂੰ ਨਹੀਂ ਮੰਨਦੀ ਕਿ ਜਿਹੜੀਆਂ ਧੀਆਂ ਆ ਉਹ ਬੋਝ ਹੈਗੀਆਂ ਵਾ। ਇਸ ਕਰਕੇ ਮੇਰੀ ਇਹ ਅਪੀਲ ਹੈਗੀ ਆ ਕਿ ਧੀਆਂ ਨੂੰ ਇੱਕ ਮੌਕਾ ਦਿੱਤਾ ਜਾਵੇ ਤੇ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਜਿਹੜਾ ਮਿਲਣਾ ਚਾਹੀਦਾ, ਤੇ ਧੀਆਂ ਨੂੰ ਵੀ ਅਪੀਲ ਆ ਕਿ ਉਹ ਅੱਗੇ ਵੱਧ ਕੇ ਜਿਹੜਾ ਵਾ ਉਹ ਆਪਣਾ ਜਿਹੜਾ ਨਾਮ ਮਾਂ-ਬਾਪ ਦਾ ਰੌਸ਼ਨ ਕਰਨ। ਸੋ ਧੀਆਂ ਬੋਝ ਨਹੀਂ ਹੁੰਦੀਆਂ, ਧੀਆਂ ਜਿਹੜੀਆਂ ਨੇ ਜੋ ਉਦਾਹਰਨ ਬਣ ਜਾਂਦੀਆਂ ਨੇ, ਮਿਸਾਲ ਬਣ ਜਾਂਦੀਆਂ ਨੇ। ਲਵਪ੍ਰੀਤ ਜਿਹੀਆਂ ਬਹੁਤ ਸਾਰੀਆਂ ਧੀਆਂ ਨੇ ਜਿਹੜੀਆਂ ਮਿਸਾਲ ਬਣੀਆਂ ਹੋਈਆਂ ਨੇ, ਉਦਾਹਰਨਾਂ ਦਿੱਤੀਆਂ ਜਾਣਗੀਆਂ ਇਹਨਾਂ ਧੀਆਂ ਦੀਆਂ ਵੀ। ਉਸ ਬਾਪ ਨਾਲ ਵੀ ਮਿਲਾਉਂਦੇ ਆ ਜਿਸ ਨੇ ਇਹੋ ਜਿਹੀ ਧੀ ਨੂੰ ਜਨਮ ਦਿੱਤਾ, ਜਿਹੜੀ ਅੱਜ ਦੇ ਪੁੱਤ ਬਣ ਕੇ ਆਪਣੇ ਬਾਪ ਦਾ ਸਹਾਰਾ ਬਣੀ ਹੋਈ ਹੈ। ਪੈਲੀਆਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਫਸਲਾਂ ਆਪ ਜਿਹੜੇ ਆ ਸੰਭਾਲਦੀ ਹੋਈ ਨਜ਼ਰ ਆ ਰਹੀ ਹੈ, ਟਰੈਕਟਰ ਵੀ ਆਪ ਚਲਾਉਂਦੇ ਨੇ। ਇਹ ਫਸਲਾਂ ਨੇ ਜਿਹੜੀਆਂ ਇਹ ਲਵਪ੍ਰੀਤ ਦੇ ਹੱਥਾਂ ਦੀਆਂ ਲਾਈਆਂ ਹੋਈਆਂ ਨੇ। ਲਵਪ੍ਰੀਤ ਨੇ ਇਸ ਤਰ੍ਹਾਂ ਫਸਲਾਂ ਨੂੰ ਪਾਣੀ ਲਾਇਆ, ਲਵਪ੍ਰੀਤ ਨੇ ਇਹਨਾਂ ਫਸਲਾਂ ਦੀ ਸੰਭਾਲ ਕੀਤੀ ਹੈ। ਸੋ ਬੜੀ ਮਿਹਨਤ ਨਾਲ ਜਿਹੜੀਆਂ ਫਸਲਾਂ ਤਿਆਰ ਹੁੰਦੀਆਂ ਨੇ, ਸੱਪਾਂ ਦੀਆਂ ਸਿਰੀਆਂ ਮਿੱਧਣੀਆਂ ਪੈਂਦੀਆਂ ਨੇ, ਤਾਂ ਲਵਪ੍ਰੀਤ ਸਾਰੇ ਜਿਹੜੇ ਕੰਮ ਨੇ ਆਪ ਨਿਭਾਉਂਦੀ ਹੈ, ਆਪ ਜਾਂਦੀ ਹੈ ਮੰਡੀਆਂ ਦੇ ਵਿੱਚ ਜਾਂਦੀ ਹੈ, ਫਸਲ ਵੇਚ ਕੇ ਵੀ ਆਉਂਦੀ ਹੈ। ਉਸ ਬਾਪ ਨਾਲ ਵੀ ਮਿਲਾਵਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਇਹ ਨਾਮ ਜਾਣ ਲੈਂਦੇ ਤੁਹਾਡੇ? ਮੈਂ ਜੀ ਗੁਰਦੇਵ ਸਿੰਘ ਵਰਪਾਲ, ਕਿਸਾਨ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ। ਵੀਰ ਜੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਇਹੋ ਜਿਹੀ ਧੀ ਦਾ ਨਾਮ ਆਉਂਦਾ ਜੀ, ਆਪਣੇ ਬਾਪ ਦਾ ਸਹਾਰਾ ਬਣੀ ਹੋਈ ਹੈ? ਜ਼ਿਆਦਾਤਰ ਅਸੀਂ ਧੀਆਂ ਜੰਮਣ ਤੋਂ ਡਰਦੇ ਹਾਂ ਜਾਂ ਧੀਆਂ ਨੂੰ ਬੋਝ ਸਮਝਦੇ ਹਾਂ, ਪਰ ਤੁਹਾਡੀ ਧੀ ਨੇ ਤੁਹਾਡਾ ਨਾਮ ਰੋਸ਼ਨ ਕੀਤਾ, ਅੱਜ ਮੋਢੇ ਨਾਲ ਮੋਢਾ ਲਾ ਕੇ ਤੁਹਾਡਾ ਸਹਾਰਾ ਬਣੀ ਹੋਈ ਹੈ। ਵੇਖੋ ਜੀ, ਮਾਣ ਤੇ ਮਹਿਸੂਸ ਹੋਣਾ ਹੀ ਆ ਵੀ ਜਿਹਨੂੰ ਇੱਕ ਸਮਾਜ ਸਮਝਦਾ ਹੋਵੇ ਵੀ ਇਹ ਸਾਡਾ ਬੋਝ ਆ ਤੇ ਸਾਡਾ ਉਹ ਸਹਾਰਾ ਬਣੇ ਹੋਣ ਤੇ ਫਿਰ ਮਾਣ ਹੀ ਮਹਿਸੂਸ ਹੋਊ ਨਾ ਸਾਨੂੰ। ਕਿਉਂਕਿ ਪਹਿਲਾਂ ਸਾਨੂੰ ਜ਼ਰੂਰ ਸੀਗਾ ਇਸ ਗੱਲ ਦਾ ਵੀ ਜਦੋਂ ਇਹ ਛੋਟੀ ਸੀਗੀ ਤੇ ਲੋਕਾਂ ਰਿਸ਼ਤੇਦਾਰਾਂ ਵੀ ਆਖਣਾ, ਸੱਜਣਾ ਮਿੱਤਰਾਂ ਨੇ ਆਖਣਾ ਵੀ ਯਾਰ ਤੂੰ ਵੀ ਇਕੱਲਾ ਸੀਗਾ, ਉਸ ਤੋਂ ਬਾਅਦ ਬੇਟੀ ਆ ਤੇ ਤੂੰ ਪਰਵਾਹ ਨਹੀਂ ਕਰਦਾ ਇਸ ਗੱਲ ਦੀ, ਤੇ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਆ। ਪਰ ਉਹਦੇ ਵਿੱਚੋਂ ਜਦੋਂ ਇਹਨੂੰ ਅਸੀਂ ਪੜ੍ਹਨੇ ਪਾਇਆ, ਨਾਲ ਅਸੀਂ ਮਾਲ ਡੰਗਰ ਇਹਨੇ ਸਾਹਮਣਾ ਸ਼ੁਰੂ ਕਰ ਦਿੱਤਾ, ਮੋਟਰਸਾਈਕਲ ਦੀ ਜਾਚ ਸਿੱਖ ਲਈ, ਗੱਡੀ ਚਲਾਉਣ ਦਾ ਵੀ, ਟਰੈਕਟਰ ਤੇ ਮੇਰੇ ਨਾਲ ਬਹਿਣਾ ਸ਼ੁਰੂ ਹੋ ਗਈ, ਤੇ ਫਿਰ ਮੈਂ ਥੋੜਾ ਪਛਾਣ ਹੋ ਕੇ ਤੇ ਇਹਨੂੰ ਖੇਤੀਬਾੜੀ 'ਚ ਜਿਹੜਾ ਉਹ ਵਧਾਉਣਾ ਜਿਹੜਾ ਉਹ ਚਾਲੂ ਕਰ ਦਿੱਤਾ। ਕਿਉਂਕਿ ਵੀ ਇਹਨੂੰ ਗਾੜੀ ਲਿਆਂਦਾ ਜਾਵੇ। ਤੇ ਇਹ ਜਿਹੜੇ ਲੋਕ ਸਾਨੂੰ ਹੁਣ ਕਹਿ ਰਹੇ ਆ ਵੀ ਇਹ ਜਿਹੜੀਆਂ ਕੁੜੀਆਂ ਵਾ ਇਹ ਮੁਸੀਬਤ ਦਾ ਘਰ ਆ, ਇਹਨਾਂ ਨੂੰ ਕਿਤੇ ਨਾ ਕਿਤੇ ਪੇਟ ਦੇ ਵਿੱਚ ਵੀ ਮਾਰਿਆ ਜਾਂਦਾ ਵਾ, ਤੇ ਇਸ ਕਰਕੇ ਜੇ ਅਸੀਂ ਚਾਹੁੰਦੇ ਸਾਂ ਵੀ ਅਸੀਂ ਉਹ ਚੀਜ਼ ਇੱਕ ਸਮਾਜ ਦੇ ਸਾਹਮਣੇ ਲੈ ਕੇ ਆਈਏ ਵੀ ਜਿਹੜਾ ਲੋਕਾਂ ਨੂੰ ਦੇ ਸਕੇ ਵੀ ਨਹੀਂ ਇਹ ਜਿਹੜੀ ਚੀਜ਼ ਆ ਇਹ ਕਿਤੇ ਨਾ ਕਿਤੇ ਜਿਹੜੀ ਉਹ ਕਾਮਯਾਬ ਹੋ ਸਕਦੀ ਆ। ਕਿਉਂਕਿ ਜਿਹੜਾ ਆਪਾਂ ਆਪਣਾ ਇਤਿਹਾਸ ਵੇਖ ਲਈਏ ਤੇ ਮਾਈ ਭਾਗੋ ਵਰਗੀਆਂ ਜਿਹੜੀਆਂ ਜਾ ਕੇ ਉਹਨਾਂ ਜੰਗਾਂ ਯੁੱਧਾਂ ਵੀ ਲੜੀਆਂ ਨੇ, ਕਿਤੇ ਇੰਦਰਾ ਗਾਂਧੀ ਨੇ ਸਾਰਾ ਦੇਸ਼ ਵੀ ਸੰਭਾਲ ਛੱਡਿਆ, ਕਿਤੇ ਆਪਣੀਆਂ ਜਿਹੜੀਆਂ ਧੀਆਂ ਸਰਹੱਦਾਂ 'ਤੇ ਲੜ ਰਹੀਆਂ ਜਾ ਕੇ, ਪੰਜਾਬ ਪੁਲਿਸ ਦੀ ਨੌਕਰੀ ਕਰ ਰਹੀਆਂ, ਲੋਕਾਂ ਨੂੰ ਬਚਾ ਵੀ ਰਹੀਆਂ ਕਿਤੇ। ਤੇ ਇਸ ਕਰਕੇ ਆਪਣੀ ਜਿਹੜੀ ਧੀ ਕਿਸਾਨ ਦੀ ਧੀ ਆ ਉਹ ਕਿਸਾਨੀ ਕਿੱਤਾ ਕਿਉਂ ਨਹੀਂ ਕਰ ਸਕਦੀ? ਕਿਉਂਕਿ ਜੇ ਮੁੰਡਿਆਂ ਦੀ ਗੱਲ ਲੈ ਕੇ ਚੱਲਦੇ ਆ ਤੇ ਮੁੰਡੇ ਕਿਤੇ ਨਾ ਕਿਤੇ ਸਾਡੇ ਹੈਗੇ ਆ ਜਿਹੜੇ ਰਾਤ ਨੂੰ ਢਾਣੀਆਂ ਦੇ ਵਿੱਚ ਬਹਿੰਦੇ ਆ, ਤੇ ਸਾਡੀਆਂ ਸਰਕਾਰਾਂ ਵੀ ਉਹੋ ਜਿਹੀਆਂ ਕੁਝ ਜਿਨ੍ਹਾਂ ਨੇ ਇੰਨਾ ਨਸ਼ਾ ਵਾੜ ਦਿੱਤਾ ਲਿਆ ਕੇ, ਤੇ ਉਹ ਨਸ਼ਿਆਂ ਦੇ ਨਾਲ ਘਰਾਂ ਦੇ ਘਰ ਬਰਬਾਦ ਹੋ ਗਏ ਆ। ਤੇ ਅਸੀਂ ਤੇ ਫਿਰ ਚਾਹੁੰਦੇ ਆ ਵੀ ਜੇ ਸਾਡੀਆਂ ਸਰਕਾਰਾਂ ਨਹੀਂ ਸੁਧਰ ਰਹੀਆਂ ਤੇ ਉਹਦੇ ਨਾਲੋਂ ਬਿਹਤਰ ਇਹ ਆ ਵੀ ਜੇ ਉਹ ਬੱਚਿਆਂ ਨਾਲੋਂ ਸਿਰਫ ਬੱਚੀ ਚੰਗੀ ਆ ਜਿਹੜੀ ਕਿਤੇ ਬਹਿੰਦੀ ਨਹੀਂ, ਕਿਤੇ ਨਸ਼ਾ ਨਹੀਂ ਖਾਂਦੀ, ਤੇ ਆਪਣਾ ਘਰ ਦਾ ਕੰਮ ਕਰਕੇ ਤੇ ਕਿਤੇ ਨਾ ਕਿਤੇ ਸਾਡੀ ਖੇਤੀਬਾੜੀ ਨੂੰ ਜਿਹੜੀ ਉਹ ਅੱਗੇ ਲੈ ਕੇ ਜਾ ਰਹੀ। ਕਦੇ ਮਹਿਸੂਸ ਨਹੀਂ ਆਇਆ ਕਿ ਪੁੱਤ ਹੁੰਦਾ ਤਾਂ ਸ਼ਾਇਦ ਵਧੀਆ ਹੁੰਦਾ, ਜਾਂ ਧੀ ਅੱਜ ਜਿਹੜੀ ਆ ਮਿਹਨਤ ਕਰ ਰਹੀ ਹੈ, ਮਹਿਸੂਸ ਹੁੰਦਾ ਇਸ ਤਰ੍ਹਾਂ ਪੁੱਤ ਦੀ ਕਮੀ ਮਹਿਸੂਸ ਹੁੰਦੀ ਹੈ? ਨਹੀਂ, ਵੇਖੋ ਜੀ, ਪੁੱਤ ਦੀ ਕਮੀ ਮੈਨੂੰ ਮਹਿਸੂਸ ਤਾਂ ਹੋਣੀ ਸੀਗੀ ਜੇ ਇਹ ਕੰਮ ਮੇਰੇ ਨਾਲ ਹੱਥ ਨਾ ਵਟਾਉਂਦੀ। ਤੇ ਹੁਣ ਮੈਂ 1 ਸਾਲ ਦਿੱਲੀ ਰਿਹਾ ਵਾਂ, ਅੰਦੋਲਨ ਲੜਦਾ ਰਿਹਾ ਵਾਂ ਜਾ ਕੇ ਕਿਸਾਨਾਂ ਦਾ, ਤੇ ਮੈਨੂੰ ਪਤਾ ਸੀਗਾ ਮੇਰੇ ਮਗਰੋਂ ਇਹਨਾਂ ਨੇ ਕੰਮ ਸੰਭਾਲ ਲੈਣਾ। ਇਹਨਾਂ ਨੇ ਕੰਮ ਪੂਰਾ ਮੇਰੇ ਨਾਲ ਸੰਭਾਲ ਲਿਆ, ਮੇਰੇ ਨਾਲ ਮੋਢਾ ਲਾ ਕੇ ਕੰਮ ਪੂਰਾ ਕਰਨ ਡਿਆ। ਮੈਨੂੰ ਕਿਤੇ ਮਹਿਸੂਸ ਨਹੀਂ ਹੁੰਦਾ, ਸਗੋਂ ਇਸ ਗੱਲ ਦਾ ਗਰਵ ਜ਼ਰੂਰ ਹੁੰਦਾ ਵੀ ਜੇ ਕਿਤੇ ਮੁੰਡਾ ਹੁੰਦਾ ਮੇਰਾ ਤੇ ਜੇ ਉਹ ਨਸ਼ਿਆਂ 'ਚ ਲੱਗ ਜਾਂਦਾ ਤੇ ਜਾਂ ਉਹ ਨਸ਼ੇ ਪੀ ਕੇ ਤੁਰਿਆ ਫਿਰਦਾ ਜਾਂ ਉਹਨੂੰ ਕੁਝ ਹੋ ਜਾਂਦਾ ਤੇ ਕੀ ਬਣਦਾ ਮੇਰੇ ਨਾਲ? ਹੋ ਸਕਦਾ ਮੈਂ ਸਹਿਮ ਦੇ ਨਾਲ ਹੀ ਮਰ ਜਾਂਦਾ। ਤੇ ਜੇ ਹੁਣ ਮੇਰੀ ਬੇਟੀ ਆ ਤੇ ਇਹ ਸਗੋਂ ਕਿਸੇ ਨਸ਼ੇ ਦੇ ਰਾਹ ਨਹੀਂ ਜਾਣ ਡਈ, ਕੰਮ ਉਹ ਘਰ ਦਾ ਕਰਨ ਡਈ ਆ, ਤੇ ਸਾਨੂੰ ਕੀ ਦਿੱਕਤ ਹੈ ਇਸ ਗੱਲ ਦੀ? ਮੈਂ ਤੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਵੀ ਆਪਣੇ ਬ੍ਰੇਨ ਨੂੰ ਥੋੜ੍ਹਾ ਜਿਹਾ ਚੇਂਜ ਕਰ ਲਓ ਤੇ ਆਪਣੀਆਂ ਧੀਆਂ ਨੂੰ ਜਿਹੜਾ ਵਾ ਉਹ ਮੌਕਾ ਦਿਓ ਉਹਨਾਂ ਕੰਮ ਦੇ ਵਿੱਚ ਆਉਣ ਵਾਸਤੇ। ਨੌਕਰੀਆਂ ਤੇ ਸਾਡੀ ਸਰਕਾਰ ਕੋਲ ਹੈ ਨਹੀਂ, ਨਾ ਉਹਨਾਂ ਦੇਣੀਆਂ, ਨਾਅਰੇ ਉਹ ਜ਼ਰੂਰ ਮਾਰੀ ਜਾਂਦੇ ਆ। ਤੇ ਜੇ ਆਪਣਾ ਬਿਜ਼ਨਸ ਜਿਹੜਾ ਵਾ ਉਹਨੂੰ ਵਧਾਇਆ ਜਾਵੇ ਤੇ ਆਪਣੀਆਂ ਜਿਹੜੀਆਂ ਧੀਆਂ ਨੂੰ ਮੌਕਾ ਦਿੱਤਾ ਜਾਵੇ ਤੇ ਧੀਆਂ ਜਿਹੜੀਆਂ ਵਾ ਉਹ ਵੀ ਆਪਣਾ ਪੁੱਤਾਂ ਵਾਲਾ ਕੰਮ ਕਰ ਸਕਦੀਆਂ। ਧੀ ਤੇ ਬਾਪ ਦਾ ਰਿਸ਼ਤਾ ਬੜਾ ਅਨਮੋਲ ਮੰਨਿਆ ਜਾਂਦਾ, ਸਭ ਤੋਂ ਜ਼ਿਆਦਾ ਪਿਆਰ ਜੇ ਸੋਚਿਆ ਜਾਵੇ ਬਾਪ ਦਾ ਤੇ ਧੀ ਦਾ ਹੁੰਦਾ ਹੈ। ਤਾਂ ਕਿੰਨਾ ਕੁ ਮਾਣ ਮਹਿਸੂਸ ਹੁੰਦਾ, ਅੱਜ ਸਿਰ ਉੱਚਾ ਹੁੰਦਾ ਹੋਏਗਾ ਕਿ ਧੀ ਦੀਆਂ ਤਾਰੀਫਾਂ ਹੁੰਦੀਆਂ ਨੇ, ਹਰ ਪਾਸੇ ਤਾਰੀਫਾਂ ਹੋ ਰਹੀਆਂ ਨੇ ਧੀ ਦੀਆਂ? ਬਿਲਕੁਲ ਜੀ, ਬੜਾ ਮਾਣ ਮਹਿਸੂਸ ਹੁੰਦਾ ਇਸ ਗੱਲ ਦਾ ਵੀ ਸਾਨੂੰ ਜਿਹੜੇ ਹੁਣ ਨਗਰ ਦੇ ਲੋਕ ਆ ਉਹ ਬੜਾ ਇਸ ਗੱਲ ਤੋਂ ਜਿਹੜੇ ਆ ਖੁਸ਼ ਆ
ਸਾਡੇ ਵੱਲ ਵੇਖ ਕੇ ਕਈਆਂ ਨੇ ਜਿਹੜਾ ਇਸ ਕੰਮ ਵੱਲ ਜਿਹੜਾ ਵਾ ਉਹ ਧਿਆਨ ਦਿੱਤਾ ਵੀ ਤੇ ਉਦੋਂ ਫਿਰ ਸਾਨੂੰ ਮਾਣ ਤੇ ਮਹਿਸੂਸ ਹੋਣਾ ਹੀ ਆ। ਹੁਣ ਤੁਸੀਂ ਜੇ ਚੈਨਲਾਂ ਵਾਲੇ ਆ, ਸਾਡੇ ਕੋਲ ਪਤਾ ਨਹੀਂ ਕਿੰਨੇ ਚੈਨਲ ਵਾਲੇ ਆ ਚੁੱਕੇ ਆ, ਤੇ ਜਿਹੜਾ ਸਮੁੱਚੇ ਹਿੰਦੁਸਤਾਨ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਤੱਕ ਜਿਹੜੀ ਹੈ ਸਾਡੀ ਗੱਲ ਜਾ ਰਹੀ ਆ, ਤੇ ਫਿਰ ਕਿਤੇ ਨਾ ਕਿਤੇ ਸਾਡਾ ਨਾਂ ਰੋਸ਼ਨ ਹੋ ਰਿਹਾ ਵਾ। ਤੇ ਇਸ ਕਰਕੇ ਜੇ ਨਾਲ ਹੀ ਅਸੀਂ ਸਮਾਜ ਦੀ ਸੇਵਾ ਵੀ ਕਰ ਰਹੇ ਹਾਂ, ਖੇਤੀਬਾੜੀ ਵੀ ਕਰ ਰਹੇ ਹਾਂ, ਤੇ ਸਾਡਾ ਮਾਣ ਸਤਿਕਾਰ ਵੀ ਹੋ ਰਿਹਾ। ਪਰਮੇਸ਼ਰ ਨੇ ਸਭ ਕੁਝ ਦਿੱਤਾ ਵਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਬਹੁਤ ਬਹੁਤ ਮਿਹਰਬਾਨੀ ਜੀ। ਹੁਣ ਮਿਲਾਵਾਂ ਜੀ ਉਸ ਮਾਂ ਨਾਲ ਵੀ ਜਿਸ ਮਾਂ ਨੇ ਇਸ ਧੀ ਨੂੰ ਜਨਮ ਦਿੱਤਾ ਹੈ। ਤੇ ਅੱਜ ਧੀ ਦੀ ਵਜ੍ਹਾ ਨਾਲ ਪੂਰੀ ਦੁਨੀਆ ਦੇ ਵਿੱਚ ਨਾਮ ਤੁਹਾਡਾ ਰੋਸ਼ਨ ਹੋ ਰਿਹਾ। ਕਦੀ ਸੋਚਿਆ ਸੀਗੇ ਇਹੋ ਜਿਹੇ ਦਿਨ ਆਉਣਗੇ, ਚੈਨਲ ਵਾਲੇ ਇੰਟਰਵਿਊ ਵੀ ਲੈਣ ਆਉਣਗੇ ਲਵਪ੍ਰੀਤ ਦੀ? ਨਹੀਂ ਜੀ, ਇਹ ਤੇ ਹੁਣ ਮਤਲਬ ਹੁਣ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਜੇ ਇੱਕ ਪੁੱਤ ਹੁੰਦਾ ਤੇ ਹੋ ਸਕਦਾ ਸੀ ਉਹ ਨਸ਼ਿਆਂ 'ਚ ਲੱਗ ਜਾਂਦਾ, ਉਹ ਮਾੜੀ ਸੰਗਤ ਦੇ ਵਿੱਚ ਪੈ ਜਾਂਦਾ, ਤੇ ਹੁਣ ਇਹ ਸਾਡੀ ਧੀ ਆ। ਤੇ ਇਹਦਾ ਕਰਕੇ ਹੁਣ ਵੇਖੋ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਚੈਨਲ ਵਾਲੇ ਵੀ ਸਾਡੇ ਕੋਲ ਆਣ ਕੇ ਇਹਦੀ ਇੰਟਰਵਿਊ ਲੈਂਦੇ ਆ। ਆਪਣਾ ਸਾਰੇ ਦੇਸ਼ ਦੇ ਵਿੱਚ ਇਹਦਾ ਨਾਂ ਰੋਸ਼ਨ ਹੋਣ ਡਿਆ ਵਾ। ਇਹ ਕਰਕੇ ਸਾਨੂੰ ਬਹੁਤ ਗਰਵ ਮਹਿਸੂਸ ਆ। ਮੈਂ ਤੇ ਲੋਕਾਂ ਨੂੰ ਵੀ ਇਹੋ ਸੇਧ ਦਊਂਗੀ ਵੀ ਬੱਚੀਆਂ ਨੂੰ ਪੇਟ 'ਚ ਨਾ ਮਾਰਿਆ ਜਾਵੇ, ਬੱਚੀਆਂ ਨੂੰ ਜਿਹੜਾ ਉਹਨਾਂ ਨੂੰ ਪਾਲ ਪਲੋਸ ਕੇ ਉਹਨਾਂ ਨੂੰ ਖੇਤੀ ਵੱਲ ਜਿਹੜਾ ਤੋਰਿਆ ਜਾਵੇ, ਉਹਨਾਂ ਨੂੰ ਕੰਮ ਜਿਹੜਾ ਵੀ ਉਹ ਕਰਦੀਆਂ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ। ਬਚਪਨ 'ਚ ਵੀ ਲਵਪ੍ਰੀਤ ਇਸ ਤਰ੍ਹਾਂ ਦੀ ਸੀ? ਬਚਪਨ ਦੇ ਵਿੱਚ ਇਹੋ ਜਿਹਾ ਸੁਭਾਅ ਸੀ ਲਵਪ੍ਰੀਤ ਦਾ? ਹਾਂਜੀ, ਬਚਪਨ ਤੋਂ ਹੀ ਇਦਾਂ ਦੀ, ਬਚਪਨ ਤੋਂ ਇਹਦਾ ਸ਼ੌਂਕ ਇਦਾਂ ਦਾ ਸੀ ਵੀ ਇਹਨੇ ਬਾਹਰ ਪੈੜੀਆਂ ਵੱਲ ਨੂੰ ਜਾਣਾ, ਇਹਨੇ ਕੰਮਕਾਰ ਕਰਨਾ, ਹਰ ਇੱਕ ਕੰਮ 'ਚ ਇਹਨੇ ਹੱਥ ਵਟਾਉਣਾ। ਮਤਲਬ ਮੇਰੀ ਵੀ ਕੋਸ਼ਿਸ਼ ਇਹੋ ਹੀ, ਇਹਦੇ ਪਾਪਾ ਦੀ ਵੀ ਕੋਸ਼ਿਸ਼ ਇਹੋ ਹੀ ਵੀ ਇਹਨੂੰ ਜੇ ਇਹਨੇ ਖੇਤੀ ਨੂੰ ਜਾਣਾ ਇਹਨੇ ਖੇਤੀ ਨੂੰ ਲੈ ਜਾਣਾ, ਜੇ ਮੈਂ ਘਰ 'ਚ ਕੰਮ ਕਰਨਾ ਉਹਨੂੰ ਘਰ 'ਚ ਡਾਹ ਲੈਣਾ। ਮਤਲਬ ਇਹ ਬਹੁਤ ਅੱਜ ਤੱਕ ਸਾਨੂੰ ਇਹ 'ਤੇ ਇੰਨਾ ਗਰਵ ਮਹਿਸੂਸ ਆ ਵੀ ਅੱਜ ਤੱਕ ਕੋਈ ਲਾਮਾ ਨਹੀਂ ਇਹਦਾ ਆਇਆ। ਇਹਨੇ ਵੱਧ ਚੜ੍ਹ ਕੇ ਜਿਹੜਾ ਕੱਲੀ ਵੀ ਜਾਂਦੀ ਆ, ਆਪਣਾ ਬਹੁਤ ਕੰਮ ਕਾਰੋਬਾਰ ਨੂੰ ਜਿਹੜਾ ਅੱਗੇ ਵਧਾ ਕੇ ਲੈ ਕੇ ਉਹਨਾਂ ਨੂੰ ਜਵਾਬ ਜ਼ਰੂਰ ਦਿਓ ਜਿਹੜੇ ਧੀਆਂ ਨੂੰ ਬਹੁਤ ਸਮਝਦੇ ਨੇ ਜਾਂ ਧੀਆਂ ਜੰਮਣ ਤੋਂ ਡਰਦੇ ਨੇ। ਤੁਸੀਂ ਵੀ ਅੱਜ ਧੀ ਦੀ ਮਾਂ ਹੋ, ਤੁਸੀਂ ਵੀ ਇੱਕ ਧੀ ਹੋ ਕਿਸ ਦੀ, ਆਪਣੇ ਤੁਹਾਡੀ ਧੀ ਨੇ ਅੱਜ ਨਾਮ ਰੋਸ਼ਨ ਕੀਤਾ ਹੋਇਆ। ਬਹੁਤ ਸਾਰੇ ਇਹੋ ਜਿਹੇ ਸਮਾਜ ਦੇ ਵਿੱਚ ਨੇ ਜਿਹੜੇ ਧੀਆਂ ਨੂੰ ਬਹੁਤ ਸਮਝਦੇ ਨੇ ਜਾਂ ਧੀਆਂ ਜੰਮਣ ਤੋਂ ਡਰਦੇ ਨੇ। ਹੋ ਸਕਦਾ ਤੁਹਾਡੇ ਜਵਾਬ ਨਾਲ ਉਹਨਾਂ ਨੂੰ ਜਿਹੜੀ ਹੈ ਸੋਝ ਬੂਝ ਆ ਜੇ, ਉਹਨਾਂ ਨੂੰ ਸੇਧ ਮਿਲ ਜੇ। ਕੀ ਜਵਾਬ ਦੇਣਾ ਚਾਹੁੰਦੇ? ਮੈਂ ਤੇ ਇਹੋ ਜਵਾਬ ਦਊਂ ਵੀ ਜਿਹੜਾ ਜਦੋਂ ਪਹਿਲਾ ਬੱਚਾ ਹੁੰਦਾ ਨਾ, ਤੇ ਦਾਦੀਆਂ ਦਾਦੇ ਜਿਹੜੇ ਸਾਰੇ ਇਹੋ ਅਰਦਾਸਾਂ ਕਰਦੇ ਵੀ ਸਾਡੇ ਘਰ ਬੇਟਾ ਹੋਵੇ। ਮੈਂ ਕਹਿੰਦੀ ਵੀ ਤੁਸੀਂ ਇਹ ਅਰਦਾਸ ਕਰਿਆ ਕਰੋ ਪਹਿਲਾਂ ਵੀ ਸਾਡੇ ਘਰ ਬੇਟੀ ਹੋਵੇ। ਜੇ ਪੁੱਤਰ ਹੋ ਜਾਂਦਾ ਤੇ ਲੋਕੀ ਗਾਂ ਬੇਟੀ ਨੂੰ ਜਨਮ ਦੇਣੋਂ ਹੀ ਡਰਦੇ ਆ ਵੀ ਗਾੜੀ ਸਾਡੇ ਬੇਟੀ ਹੋ ਜਾਣੀ। ਮੈਂ ਤੇ ਇਹੋ ਹੀ ਦੁਆ ਕਰਦੀ ਲੋਕਾਂ ਨੂੰ ਵੀ, ਇਹੋ ਗੱਲਾਂ ਨਹੀਂ ਵੀ ਪਹਿਲਾਂ ਬੇਟੀ ਹੋਣੀ ਚਾਹੀਦੀ ਆ ਤੇ ਬਾਅਦ 'ਚ ਬੇਟਾ ਹੋਣਾ ਚਾਹੀਦਾ ਵਾ। ਮੈਂ ਤੇ ਬਹੁਤ ਇਸ ਗੱਲ ਦਾ ਜਿਹੜਾ ਮੈਨੂੰ ਗਰਵ ਮਹਿਸੂਸ ਆ। ਮੈਂ ਤੇ ਇਹੋ ਸੇਧ ਲੋਕਾਂ ਨੂੰ ਦੇਣਾ ਚਾਹੂੰਗੀ ਵੀ ਆਹ ਵੇਖੋ ਤੁਸੀਂ, ਇੱਕ ਜਿਹੜੀ ਬੱਚੀ ਆ ਉਹ ਸਭ ਕੁਝ ਕਰ ਸਕਦੀ ਆ। ਬਹੁਤ ਬਹੁਤ ਧੰਨਵਾਦ ਹੈ। ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਲਵਪ੍ਰੀਤ ਹੈ ਜਿਹੜੀ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਜਾ ਰਹੀ ਹੈ। ਧੀਆਂ ਜੰਮਣ ਤੋਂ ਡਰਨਾ ਨਹੀਂ ਚਾਹੀਦਾ, ਧੀਆਂ ਬੋਝ ਨਹੀਂ ਹੁੰਦੀਆਂ, ਧੀਆਂ ਵੀ ਜਿਹੜੀਆਂ ਨੇ ਨਾਮ ਰੋਸ਼ਨ ਕਰਦੀਆਂ ਨੇ। ਦੇਸ਼ ਦਾ ਨਾਮ ਰੋਸ਼ਨ ਹੁੰਦਾ ਹੈ, ਪੰਜਾਬ ਦਾ ਨਾਮ ਰੋਸ਼ਨ ਹੋ ਰਿਹਾ। ਲਵਪ੍ਰੀਤ ਜਿਹੀਆਂ ਬਹੁਤ ਸਾਰੀਆਂ ਧੀਆਂ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਹੀ ਆਪਣੇ ਮਾਂ-ਬਾਪ ਦਾ, ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸੋ ਸਾਨੂੰ ਵੀ ਮਾਣ ਹੋਣਾ ਚਾਹੀਦਾ ਇਹੋ ਜਿਹੀਆਂ ਧੀਆਂ 'ਤੇ। ਸੋ ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ। ਤੁਸੀਂ ਜੁੜੇ ਰਹੋ ਨੇਸ਼ਨ ਪੋਸਟ ਨਾਲ।